ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਦੂਜੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਡਾਇਰੀ ਦੇ ਮੁਤਾਬਕ ਜੋ ਪ੍ਰਕਾਸ਼ ਪੁਰਬ ਦਿਵਸ ਹੈ, ਸੋ ਆਓ ਸਰਬੱਤ ਸੰਗਤਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੁਝ ਕੁ ਸਮਾਂ ਰਲ ਮਿਲ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਸਤਿਗੁਰੂ ਕਿਰਪਾ ਕਰਨ, ਕਿਰਪਾ ਕਰਕੇ ਸੇਵਾ ਲੈਣ, ਸਮੱਤ ਬਖਸ਼ਣ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਨਾਲ ਕਹੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰੂ ਪਿਆਰਿਓ, ਜੋ ਅੱਜ ਡਾਇਰੀ ਦੇ ਮੁਤਾਬਕ ਜੋ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਦਿਵਸ ਹੈ, ਪਰ ਇਤਿਹਾਸ ਲਿਖਤ ਦੇ ਮੁਤਾਬਕ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਅਵਤਾਰ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਏ ਪਿਤਾ ਫੇਰੂ ਮਲ ਜੀ ਦੇ ਘਰ ਮਾਤਾ ਦਇਆ ਜੀ ਦੇ ਉਧਰ ਤੋਂ ਹੋਇਆ। ਸੋ ਜੋ ਗੁਰਗੱਦੀ ਤੋਂ ਪਹਿਲਾਂ, ਜੋ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਇਹਨਾਂ ਦਾ ਨਾਮ ਮਾਤਾ ਪਿਤਾ ਜੀ ਨੇ ਲਹਿਣਾ ਜੀ ਰੱਖਿਆ ਸੀ, ਅਤੇ ਇਹਨਾਂ ਦੇ ਪਿਤਾ ਫੇਰੂ ਮਲ ਜੀ ਜੋ ਬਹੁਤ ਪੜ੍ਹੇ ਲਿਖੇ ਸਨ, ਉੱਚੀ ਵਿੱਦਿਆ ਪ੍ਰਾਪਤ ਕੀਤੀ ਸੀ, ਜੋ ਉਸ ਸਮੇਂ ਦੇ ਫਿਰੋਜ਼ਪੁਰ ਦੇ ਹਾਕਮ ਦੇ ਖਜ਼ਾਨਚੀ ਸਨ, ਅਤੇ ਉਹਨਾਂ ਨੇ ਹੀ ਭਾਈ ਲਹਿਣਾ ਜੀ ਨੂੰ ਉੱਚੀ ਵਿੱਦਿਆ ਹਾਸਲ ਕਰਾਈ, ਚੰਗੀ ਵਿੱਦਿਆ ਦਿੱਤੀ। ਕਹਿੰਦੇ ਹਨ ਕਿ 15 ਸਾਲ ਦੀ ਉਮਰ ਦੇ ਵਿੱਚ ਸ੍ਰੀ ਲਹਿਣਾ ਜੀ ਦੀ ਸ਼ਾਦੀ ਖਡੂਰ ਪਿੰਡ ਵਿੱਚ ਬੀਬੀ ਖੀਵੀ ਜੀ ਨਾਲ ਹੋਈ। ਕਹਿੰਦੇ ਹਨ ਕਿ ਬਾਬਰ ਦੇ ਹਮਲਿਆਂ ਨਾਲ ਜੋ ਜੱਦੀ ਪਿੰਡ ਮੱਤੇ ਦੀ ਸਰਾਏ ਦਾ ਬਹੁਤ ਨੁਕਸਾਨ ਹੋਇਆ। ਉਸ ਸਮੇਂ ਜੋ ਬਹੁਤ ਗਰੀਬੀ ਦੀ ਦੌਰ ਵਿੱਚੋਂ ਲੰਘ ਰਿਹਾ ਸੀ, ਔਰ ਸ੍ਰੀ ਲਹਿਣਾ ਜੀ ਦੇ ਪਿਤਾ ਫੇਰੂ ਮਲ ਜੀ ਨੇ 1524 ਵਿੱਚ ਪਿੰਡ ਖਡੂਰ ਵਿਖੇ ਜਾ ਕੇ ਕੋ ਆਪਣੀ ਦੁਕਾਨ ਕਰ ਲਈ, ਜੋ ਪਰਿਵਾਰ ਸਮੇਤ ਪਿਤਾ ਫੇਰੂ ਮਲ ਜੀ ਖਡੂਰ ਸਾਹਿਬ ਆ ਵਸੇ। ਜੋ ਭਾਈ ਫੇਰੂ ਮਲ ਜੀ ਇੱਕ ਵੈਸ਼ਨੂ ਦੇਵੀ ਦੇ ਭਗਤ ਸਨ, ਅਤੇ ਉਹ ਹਰ ਸਾਲ ਪਿੰਡ ਦੇ ਲੋਕਾਂ ਨੂੰ ਲੈ ਕੇ, ਪਿੰਡ ਦੇ ਲੋਕਾਂ ਦਾ ਜਥਾ ਬਣਾ ਕੇ ਵੈਸ਼ਨੂ ਦੇਵੀ ਜੀ ਦੇ ਦਰ 'ਤੇ ਜਾਂਦੇ ਸਨ। ਕੁਝ ਸਾਲ ਉੱਥੇ ਬੀਤਣ ਤੋਂ ਬਾਅਦ ਕਹਿੰਦੇ ਹਨ ਕਿ ਪਿਤਾ ਫੇਰੂ ਮਲ ਜੀ ਦਾ ਦੇਹਾਂਤ ਹੋ ਗਿਆ, ਉਹ ਸੰਸਾਰ ਤੋਂ ਚਲਾਣਾ ਕਰ ਗਏ। ਪਿਤਾ ਜੀ ਦੇ ਜਾਣ ਤੋਂ ਬਾਅਦ ਸ੍ਰੀ ਲਹਿਣਾ ਜੀ ਨੇ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਜੋ ਪਿੰਡ ਵਾਲਿਆਂ ਨੂੰ ਜਥਾ ਬਣਾ ਕੇ ਵੈਸ਼ਨੂ ਦੇਵੀ ਜੀ ਦੇ ਲਿਜਾਣਾ ਸ਼ੁਰੂ ਕਰ ਦਿੱਤਾ।
ਕਹਿੰਦੇ ਹਨ ਖਡੂਰ ਸਾਹਿਬ ਦੇ ਵਿੱਚ ਜੋ ਭਾਈ ਜੋਧਾ ਜੀ ਰਹਿੰਦੇ ਸਨ, ਜੋ ਅੰਮ੍ਰਿਤ ਵੇਲੇ ਇੱਕ ਦਿਨ ਜੋ ਗੁਰੂ ਨਾਨਕ ਦੇਵ ਜੀ ਦਾ ਜੋ ਸਿੱਖ ਸੀ ਭਾਈ ਜੋਧਾ ਜੀ, ਉਹ ਗੁਰਬਾਣੀ ਗਾਇਨ ਕਰ ਰਹੇ ਸਨ, ਗੁਰਬਾਣੀ ਪੜ੍ਹ ਰਹੇ ਸਨ। ਪਹਿਲੀ ਵਾਰੀ ਭਾਈ ਜੋਧਾ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ। ਸੁਣਦਿਆਂ ਹੀ ਜੋ ਆਪਣੀ ਬੋਲੀ ਵਿੱਚ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਸੁਣੀ ਤਾਂ ਸ੍ਰੀ ਲਹਿਣਾ ਜੀ ਦੇ ਅੰਦਰ ਘਰ ਘਰ ਗਏ। ਐਸੇ ਪਿਆਰੇ ਬੋਲ ਸਨ ਅਤੇ ਸ੍ਰੀ ਲਹਿਣਾ ਜੀ ਨੇ ਕਰਤਾਰਪੁਰ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਜੋ ਮਨ ਬਣਾ ਲਿਆ। ਜਦੋਂ ਸ੍ਰੀ ਲਹਿਣਾ ਜੀ ਕੋਲ ਸਮਾਂ ਮਿਲਿਆ, ਸੰਗਤ ਨੂੰ ਤਿਆਰ ਕਰਕੇ ਜੋ ਦੇਵੀਆਂ ਦੇ ਦਰਸ਼ਨਾਂ ਨੂੰ ਜਾਂਦਿਆਂ ਹੋਇਆਂ ਕਰਤਾਰਪੁਰ ਸਾਹਿਬ ਵਿਖੇ ਰੁਕੇ ਤਾਂ ਆਪਣੇ ਸਾਥੀਆਂ ਨੂੰ ਦੱਸ ਦਿੱਤਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਾਂ। ਕਹਿੰਦੇ ਹਨ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਪਿੰਡ ਵੱਲ ਨੂੰ ਘੋੜੀ 'ਤੇ ਸਵਾਰ ਹੋ ਕੇ ਚੱਲ ਪਏ। ਅੱਗੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚੋਂ ਪਿੰਡ ਵੱਲ ਨੂੰ ਜਾਂਦਿਆਂ ਸ੍ਰੀ ਲਹਿਣਾ ਜੀ ਨੂੰ ਰਸਤੇ ਵਿੱਚ ਹੀ ਮਿਲ ਪਏ। ਕਹਿੰਦੇ ਹਨ ਕਿ ਸ੍ਰੀ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਤੋਂ ਪੁੱਛਿਆ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਉਹਨਾਂ ਦੀ ਧਰਮਸ਼ਾਲਾ ਵਿਖੇ ਜਾਣਾ ਹੈ। ਰਸਤਾ ਪੁੱਛਿਆ। ਉਹ ਨਹੀਂ ਜਾਣਦੇ ਸਨ ਕਿ ਜਿਨ੍ਹਾਂ ਨੂੰ ਰਸਤਾ ਪੁੱਛਿਆ ਹੈ ਉਹੀ ਨਾਨਕ ਦੇਵ ਜੀ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਅਸੀਂ ਵੀ ਉੱਥੇ ਹੀ ਜਾਣਾ ਹੈ, ਤੁਸੀਂ ਸਾਡੇ ਪਿੱਛੇ ਪਿੱਛੇ ਹੀ ਆ ਜਾਓ। ਇਸੇ ਤਰ੍ਹਾਂ ਸ੍ਰੀ ਲਹਿਣਾ ਜੀ ਘੋੜੀ ਉੱਪਰ ਸਵਾਰ ਪਿੱਛੇ ਪਿੱਛੇ ਚੱਲਦੇ ਰਹੇ। ਜਦ ਧਰਮਸ਼ਾਲਾ ਵਿੱਚ ਪਹੁੰਚੇ ਤਾਂ ਸਤਿਗੁਰੂ ਨਾਨਕ ਦੇਵ ਜੀ ਦਰਵਾਜ਼ੇ ਅੱਗੇ ਪਹੁੰਚ ਕੇ ਕਹਿਣ ਲੱਗੇ ਕਿ ਹੇ ਪੁਰਸ਼ਾ, ਘੋੜੀ ਇੱਧਰ ਕਿੱਲੇ ਨਾਲ ਬੰਨ੍ਹ ਕੇ ਦਰਵਾਜ਼ੇ ਦੇ ਅੰਦਰ ਚਲੇ ਜਾਵੋ। ਜਦੋਂ ਸ੍ਰੀ ਲਹਿਣਾ ਜੀ ਨੇ ਦਰਵਾਜ਼ੇ ਦੇ ਅੰਦਰ ਜਾ ਕੇ ਦੇਖਿਆ ਕਿ ਧਰਮਸ਼ਾਲਾ ਦਾ ਰਸਤਾ ਦਿਖਾਉਣ ਵਾਲਾ ਤਾਂ ਉਹੀ ਸੀ ਜਿਸ ਨੂੰ ਮੈਂ ਮਿਲਣ ਲਈ ਆਇਆ ਸੀ। ਇਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਕਿ ਗੁਰੂ ਨਾਨਕ ਦੇਵ ਜੀ ਤੁਰ ਕੇ ਆਏ ਤੇ ਅਸੀਂ ਘੋੜੀ 'ਤੇ ਚੜ੍ਹ ਕੇ ਆਏ। ਸ੍ਰੀ ਲਹਿਣਾ ਜੀ ਮੱਥਾ ਟੇਕ ਕੇ ਸੋਚੀ ਪਏ, ਇੱਕ ਪਾਸੇ ਹੋ ਕੇ ਬੈਠ ਗਏ। ਸੋਚਾਂ ਵਿੱਚ ਪਏ ਸ੍ਰੀ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਸਾਹਿਬ ਪੁੱਛਦੇ ਹਨ ਕਿ ਭਾਈ ਤੁਹਾਡਾ ਨਾਮ ਕੀ ਹੈ? ਤਾਂ ਦੱਸਿਆ ਕਿ ਮੇਰਾ ਨਾਮ ਲਹਿਣਾ ਹੈ ਔਰ ਮੈਂ ਪਿੰਡ ਦੇ ਲੋਕਾਂ ਦਾ ਜਥਾ ਲੈ ਕੇ ਵੈਸ਼ਨੋ ਦੇਵੀ ਜੀ ਦੇ ਜਾ ਰਿਹਾ ਸੀ। ਉਸੇ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੇ ਲਹਿਣਿਆ, ਇਹ ਜੋ ਦੁਨੀਆ ਦੇ ਦੇਵੀ ਦੇਵਤੇ ਹਨ, ਜਿਸ ਮਾਲਕ ਪਾਸੋਂ ਦਾਤਾਂ ਲੈ ਕੇ ਦਿੰਦੇ ਹਨ, ਸਾਨੂੰ ਉਸ ਦਾਤਾਂ ਦੇ ਮਾਲਕ ਦੀ ਹੀ ਵਡਿਆਈ ਕਰਨੀ ਸੋਭਦੀ ਹੈ, ਉਸ ਦੀ ਸੇਵਾ ਸਿਮਰਨ ਕਰਨਾ ਸੋਭਦਾ ਹੈ। ਕਿਉਂਕਿ ਜੋ ਇਹ ਦੁਨੀਆ ਦੇ ਦੇਵੀ ਦੇਵਤੇ ਕਹੇ ਜਾਂਦੇ ਹਨ, ਇਹ ਸਾਰੇ ਇੱਕ ਅਕਾਲ ਪੁਰਖ ਪਾਸੋਂ
ਉਸ ਪਰਮੇਸ਼ਵਰ ਦੇ ਪਾਸੋਂ, ਉਸ ਪਰਮਾਤਮਾ ਦੇ ਪਾਸੋਂ ਹੀ ਦਾਤਾਂ ਮੰਗ ਕੇ ਤੁਹਾਨੂੰ ਦਿੰਦੇ ਹਨ, ਦੁਨੀਆ ਵਾਲਿਆਂ ਨੂੰ ਦਿੰਦੇ ਹਨ। ਤੇ ਕਿਉਂ ਨਾ ਉਹ ਸੰਨ ਦੇ ਵਿੱਚੋਂ ਕੱਢ ਕੇ ਅਸੀਂ ਸਿੱਧੇ ਮਾਲਕ ਦੇ ਨਾਲ ਹੀ ਜੁੜ ਜਾਈਏ ਜੋ ਦਾਤਾਂ ਦਿੰਦਾ ਹੈ। ਇਹਨਾਂ ਨੂੰ ਛੱਡ ਕੇ ਅਸੀਂ ਸਿੱਧੇ ਉਸ ਨਾਲ ਜੁੜ ਜਾਈਏ ਜਿੱਥੋਂ ਇਹ ਦਾਤਾਂ ਲਿਆ ਕੇ ਦਿੰਦੇ ਹਨ। ਇਹ ਦੇਵੀ ਦੇਵਤੇ ਜਿਸ ਮਾਲਕ ਪਾਸੋਂ ਦਾਤਾਂ ਲੈ ਕੇ ਦਿੰਦੇ ਹਨ, ਸਾਨੂੰ ਉਸ ਦਾਤਾਂ ਦੇ ਮਾਲਕ ਦਾ, ਉਸ ਖਜ਼ਾਨੇ ਦੇ ਮਾਲਕ ਦਾ ਹੀ ਵਡਿਆਈ ਸੋਭਾ ਕਰਨੀ ਸੋਭਦੀ ਹੈ। ਸ੍ਰੀ ਲਹਿਣਾ ਜੀ ਨੇ ਗੁਰੂ ਜੀ ਨੂੰ ਆਪਣੇ ਮਨ ਦੇ ਸਾਰੇ ਸ਼ੰਕੇ ਦੱਸੇ ਅਤੇ ਗੁਰੂ ਪਾਤਸ਼ਾਹ ਜੀ ਨੇ ਸ੍ਰੀ ਲਹਿਣਾ ਜੀ ਨੂੰ ਗੁਰਬਾਣੀ ਦੇ ਅਨੁਸਾਰ, ਗੁਰਬਾਣੀ ਦੇ ਵਿੱਚੋਂ ਹੀ ਉਸ ਨੂੰ ਸਮਝਾਉਣਾ ਕੀਤਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਵਡਿਆਈ ਸੁਣਾਈ। ਜਦੋਂ ਗੁਰਬਾਣੀ ਅਨੁਸਾਰ ਉਸ ਇੱਕ ਅਕਾਲ ਪੁਰਖ ਦੀ ਮਹਿਮਾ ਸਮਝੀ ਤਾਂ ਸ੍ਰੀ ਲਹਿਣਾ ਜੀ ਨੇ ਗੁਰੂ ਜੀ ਦੇ ਬਚਨ ਸੁਣੇ ਤੇ ਦੇਵੀਆਂ ਦੇ ਦਰਸ਼ਨਾਂ ਦਾ ਖਿਆਲ ਸਦਾ ਲਈ ਆਪਣੇ ਮਨ ਵਿੱਚੋਂ ਤਿਆਗ ਦਿੱਤਾ। ਤਾਂ ਆਪਣੇ ਜਥੇ ਨੂੰ ਜਾ ਕੇ ਕਹਿਣ ਲੱਗੇ ਕਿ ਹੁਣ ਅਸੀਂ ਤਾਂ ਦੇਵੀਆਂ ਦੇ ਦਰਸ਼ਨਾਂ ਲਈ ਨਹੀਂ ਜਾਣਾ, ਜੇਕਰ ਤੁਸੀਂ ਜਾਣਾ ਹੈ ਤਾਂ ਉਹ ਤੁਹਾਡੀ ਖੁਸ਼ੀ ਹੈ, ਪਰ ਸਾਡਾ ਜੋ ਮਨੋਰਥ ਸੀ ਉਹ ਪੂਰਾ ਹੋ ਗਿਆ ਹੈ। ਅਸੀਂ ਅੱਜ ਤੋਂ ਦੇਵੀਆਂ ਦੇ ਦਰਸ਼ਨਾਂ ਲਈ ਨਹੀਂ ਜਾਇਆ ਕਰਾਂਗੇ। ਗੁਰੂ ਅੰਗਦ ਦੇਵ ਜੀ ਮਹਾਰਾਜ, ਸ੍ਰੀ ਲਹਿਣਾ ਜੀ, ਜੋ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਸੁਣੇ, ਸਤਿਗੁਰਾਂ ਦੀ ਗੁਰਬਾਣੀ ਸੁਣੀ, ਗੁਰਬਾਣੀ ਸੁਣ ਕੇ ਮਨ ਲੱਗ ਗਿਆ, ਦਰਸ਼ਨਾਂ ਦੀ ਤਾਂਘ ਹੋਈ, ਸਤਿਗੁਰਾਂ ਤੋਂ ਗੁਰਬਾਣੀ ਬਚਨ ਸੁਣੇ, ਸਤਿਗੁਰਾਂ ਦੇ ਬਚਨ ਸੁਣੇ ਤਾਂ ਮਨ ਵਿੱਚ ਵਸਾਲੇ, ਮਨ ਵਿੱਚ ਵਸਦਿਆਂ ਹੀ ਸ੍ਰੀ ਲਹਿਣਾ ਜੀ ਦਾ ਜੀਵਨ ਹੀ ਬਦਲ ਗਿਆ। ਕਿਹਾ ਕਿ ਜਿਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਤੋਂ ਦਾਤਾਂ ਮਿਲਦੀਆਂ ਹਨ, ਕਿਉਂ ਨਾ ਸਿੱਧਾ ਉਸ ਨਾਲ ਹੀ ਜੁੜਿਆ ਜਾਵੇ। ਤਾਂ ਜਦੋਂ ਐਸਾ ਮਨ ਦੇ ਵਿੱਚ ਗੱਲਾਂ ਕਰ ਗਈਆਂ ਤਾਂ ਕਹਿੰਦੇ ਹਨ ਕਿ ਜਦੋਂ ਸਾਰਾ ਜੀਵਨ ਬਦਲ ਗਿਆ ਤਾਂ ਸਤਿਗੁਰੂ ਪਾਤਸ਼ਾਹ ਦੇ ਐਸੇ ਬਚਨ ਸੁਣੇ ਕਿ ਸ੍ਰੀ ਲਹਿਣਾ ਜੀ ਗੁਰੂ ਨਾਨਕ ਦੇ ਘਰ ਦਾ ਹੀ ਬਣ ਕੇ ਰਹਿ ਗਿਆ। ਸੋ ਗੁਰੂ ਪਿਆਰਿਓ, ਜੋ ਸਾਨੂੰ ਇਸ ਸਾਖੀ ਤੋਂ, ਇਸ ਵਿਚਾਰਾਂ ਤੋਂ ਸਮਝਣਾ ਚਾਹੀਦਾ ਹੈ ਕਿ ਸਿੱਖ ਕਿਸ ਤਰ੍ਹਾਂ ਦਾ ਹੈ। ਸਿੱਖ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ, ਜਦੋਂ ਵੀ ਗੁਰੂ ਦੇ ਬਚਨ ਸੁਣੇ, ਜਦੋਂ ਵੀ ਗੁਰਬਾਣੀ ਸੁਣੇ। ਗੁਰਬਾਣੀ ਇੱਕ ਗੁਰੂ ਦੇ ਬਚਨ ਹਨ। ਗੁਰਬਾਣੀ ਗੁਰੂ ਦੇ ਬਚਨ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਆਪਾਂ ਨਿੱਤ ਗੁਰੂ ਦੇ ਬਚਨ ਸੁਣਦੇ ਹਾਂ, ਪਰ ਆਪਾਂ ਸੋਚੀਏ ਕਿ ਸ੍ਰੀ ਲਹਿਣਾ ਜੀ ਵਾਂਗ ਅਸੀਂ ਵੀ ਆਪਣੇ ਮਨ ਦੇ ਵਿੱਚ, ਆਪਣੇ ਜੀਵਨ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਹੈ, ਬਦਲੇ ਹਾਂ? ਜੇ ਅਸੀਂ ਨਹੀਂ ਬਦਲੇ, ਕੁਝ % ਵੀ ਨਹੀਂ ਬਦਲੇ, ਤਾਂ ਸਮਝ ਲਈਏ ਕਿ ਸਾਡੇ ਵਿੱਚ ਅਜੇ ਸਿੱਖੀ ਧਾਰਨ ਨਹੀਂ ਹੋਈ। ਖੈਰ, ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੋਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਾਂਗੇ, ਉਸ ਅਕਾਲ ਪੁਰਖ ਦੇ ਸੇਵਾ ਸਿਮਰਨ ਕਰਾਂਗੇ। ਗੁਰੂ ਦੇ ਬਚਨ ਸੁਣੇ, ਆਪਣੀਆਂ ਕ੍ਰਿਤੀਆਂ ਤੇ ਬੁਰੀਆਂ ਭੈੜੀਆਂ ਆਦਤਾਂ ਨੂੰ ਛੱਡ ਦੇਵੇ। ਇਹੀ ਸਿੱਖ ਹੈ। ਤੇ ਸਭ ਦੇਵੀ ਦੇਵਤਿਆਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਦੀ ਹੀ ਸੇਵਾ ਕਰੇ, ਸਿਮਰਨ ਕਰੇ ਤੇ ਵਡਿਆਈ ਕਰੇ।
ਜਿਵੇਂ ਸ੍ਰੀ ਲਹਿਣਾ ਜੀ ਨੇ ਗੁਰੂ ਬਾਬਾ ਜੀ ਦੇ ਬਚਨ ਸੁਣੇ, ਗੁਰਬਾਣੀ ਅਨੁਸਾਰ ਅਕਾਲ ਪੁਰਖ ਦੀ ਮਹਿਮਾ ਉਸਤਤ ਵਡਿਆਈ ਸੁਣੀ, ਤਾਂ ਸਭ ਦੇਵੀਆਂ ਦੇਵਤੇ ਛੱਡ ਕੇ ਇੱਕ ਅਕਾਲ ਪੁਰਖ ਦੀ ਹੀ ਸੇਵਾ ਸਿਮਰਨ ਵਡਿਆਈ ਕਰਨਾ ਉਚਿਤ ਸਮਝਿਆ। ਅਸੀਂ ਵੀ ਛੱਡ ਸਕਦੇ ਹਾਂ, ਪਰ ਸਾਡੇ ਮਨਾਂ ਵਿੱਚ ਕੁਝ ਡਰ ਪੈਦਾ ਕੀਤੇ ਗਏ ਹਨ ਕਿ ਜੇਕਰ ਅਸੀਂ ਕਿਸੇ ਪੀਰਾਂ ਫਕੀਰਾਂ ਦੇ ਮੱਠਾਂ 'ਤੇ ਮੜ੍ਹੀਆਂ 'ਤੇ ਨਾ ਗਏ ਤਾਂ ਪਤਾ ਨਹੀਂ ਕੀ ਹੋ ਜਾਵੇਗਾ, ਜੇ ਉਹਨਾਂ ਨੂੰ ਛੱਡ ਦਈਏ ਤਾਂ ਪਤਾ ਨਹੀਂ ਕੀ ਹੋ ਜਾਣਾ। ਪਰ ਉਹ ਹੋਵੇਗਾ ਜੋ ਮਨਜ਼ੂਰ ਖੁਦਾ ਹੋਵੇਗਾ, ਜੋ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਹੋਣਾ ਉਹੀ ਹੈ। ਉਹਦੀ ਰਜ਼ਾ ਦੇ ਵਿੱਚ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜੋ ਉਸ ਅਕਾਲ ਪੁਰਖ ਹੁਕਮੀ ਦੇ ਹੁਕਮ ਵਿੱਚ ਹੁੰਦਾ ਹੈ ਭਾਈ ਉਹੋ ਹੀ ਹੋਣਾ ਹੈ। ਫਿਰ ਕਿਉਂ ਨਾ ਅਸੀਂ ਉਸ ਪਰਮੇਸ਼ਵਰ ਦੀ ਹੀ ਉਸਤਤ ਵਡਿਆਈ ਕਰੀਏ। ਕਈ ਵਾਰ ਕਿਸੇ ਨੁਕਸਾਨ ਦੀ ਕੋਈ ਘਟਨਾ ਦਾ ਕੋਈ ਕਾਰਨ, ਕੋਈ ਸਬੱਬ ਬਣਦਾ ਹੈ, ਜਾਂ ਕੋਈ ਉਸ ਦਾ ਸਮਾਂ ਹੀ ਐਸਾ ਹੁੰਦਾ ਹੈ ਕਿ ਉਹ ਹੋਣਾ ਹੀ ਹੁੰਦਾ ਹੈ, ਭਾਵੇਂ ਕਿਤੇ ਜਾਓ ਭਾਵੇਂ ਕਿਤੇ ਨਾ ਜਾਓ, ਉਹ ਸਬੱਬ ਬਣ ਜਾਂਦਾ ਹੈ। ਉਹ ਕੁਦਰਤੀ ਤੌਰ 'ਤੇ ਪ੍ਰਭੂ ਦੇ ਪਰਮੇਸ਼ਵਰ ਦੇ ਨਿਯਮਾਂ ਦੇ ਅਨੁਸਾਰ ਉਹ ਸਮਾਂ ਆਉਂਦਾ ਹੈ, ਪਰ ਅਸੀਂ ਡਰ ਜਾਂਦੇ ਹਾਂ। ਅਸੀਂ ਐਸਾ ਸੋਚਦੇ ਹਾਂ ਕਿ ਅਸੀਂ ਉਸ ਬਾਬੇ ਦੇ ਦਰ 'ਤੇ ਨਹੀਂ ਗਏ, ਉਸ ਦਾ ਦੀਵਾ ਨਹੀਂ ਬਾਲਿਆ, ਜਾਂ ਉਸ ਬਾਬੇ ਦਾ ਅਸੀਂ ਅੱਜ ਮੱਥਾ ਨਹੀਂ ਟੇਕਿਆ, ਉੱਥੇ ਨਹੀਂ ਗਏ, ਤਾਂ ਕਰਕੇ ਨੁਕਸਾਨ ਹੋ ਗਿਆ। ਹੁਣ ਮੰਨ ਲਈਏ ਕਿ ਕਿਸੇ ਦਰੱਖਤ ਉੱਪਰ ਕੋਈ ਪੁਰਾਣੀ ਸੁੱਕੀ ਟਾਹਣੀ ਜੁੜੀ ਹੋਵੇ, ਉਸ ਟਾਹਣੀ ਉੱਪਰ ਆ ਕੇ ਕਾਂ ਬੈਠ ਜਾਵੇ। ਉਹ ਟਾਹਣੀ ਤਾਂ ਪਹਿਲਾਂ ਹੀ ਟੁੱਟਣਾ ਚਾਹੁੰਦੀ ਸੀ, ਉਹ ਟਾਹਣੀ ਕਾਂ ਦੇ ਬੈਠਣ ਨਾਲ ਟੁੱਟ ਜਾਵੇ। ਭਾਵ ਇਹ ਨਹੀਂ ਕਿ ਉਹ ਟਾਹਣੀ ਕਾਂ ਨੇ ਤੋੜ ਦਿੱਤੀ, ਕਿਉਂਕਿ ਟਾਹਣੀ ਤਾਂ ਪਹਿਲਾਂ ਹੀ ਟੁੱਟਣਾ ਚਾਹੁੰਦੀ ਸੀ। ਉਹ ਤਾਂ ਇੱਕ ਬਹਾਨਾ ਭਾਲਦੀ ਸੀ ਕਿ ਮੈਂ ਟੁੱਟਣਾ ਹੈ, ਪਰ ਉਹਦਾ ਸਬੱਬ ਨਹੀਂ ਬਣਦਾ ਸੀ। ਪਰ ਉਹ ਕਾਂ ਬੈਠਣ ਦਾ ਉਹ ਸਬੱਬ ਬਣ ਜਾਂਦਾ ਹੈ, ਉਹ ਟਾਹਣੀ ਟੁੱਟ ਜਾਂਦੀ ਹੈ। ਇਹਦਾ ਭਾਵ ਇਹ ਨਹੀਂ ਕਿ ਟਾਹਣੀ ਉਹ ਕਾਂ ਨੇ ਤੋੜ ਦਿੱਤੀ। ਦੁੱਖ ਸੁੱਖ, ਸੰਜੋਗ ਵਿਜੋਗ, ਮਿਲਣਾ ਵਿਛੜਨਾ, ਇਹ ਤਾਂ ਜ਼ਿੰਦਗੀ ਦੀਆਂ ਆਮ ਪਰਮੇਸ਼ਵਰ ਨੇ ਬਣਾਈਆਂ ਹੋਈਆਂ ਖੇਡਾਂ। ਇਹ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿਣੇ। ਪਰ ਗੁਰੂ ਦਾ ਸੱਚਾ ਅਤੇ ਸੁੱਚਾ ਸਿੱਖ ਉਹੀ ਹੈ ਭਾਈ, ਜੋ ਸ੍ਰੀ ਲਹਿਣਾ ਜੀ ਵਾਂਗ ਗੁਰੂ ਜੀ ਦੇ ਬਚਨ ਮੰਨ ਕੇ, ਗੁਰੂ ਜੀ ਦੇ ਬਚਨ ਸੁਣ ਕੇ, ਗੁਰਬਾਣੀ ਸੁਣ ਕੇ ਆਪਣੇ ਆਪ ਨੂੰ ਬਦਲ ਲਵੇ ਅਤੇ ਇੱਕ ਅਕਾਲ ਪੁਰਖ ਦੀ ਹੀ ਸੇਵਾ ਕਰੇ, ਅਕਾਲ ਪੁਰਖ ਦਾ ਹੀ ਸਿਮਰਨ ਕਰੇ, ਉਹਦੀ ਉਸਤਤ ਤੇ ਵਡਿਆਈ ਕਰੇ। ਸੋ ਇਹ ਸੀ ਕੁਝ ਕੁ ਵਿਚਾਰਾਂ ਜੋ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੀਤੀਆਂ। ਸਤਿਗੁਰੂ ਕਿਰਪਾ ਕਰਨ, ਸਮੱਤ ਬਖਸ਼ਣ, ਅੱਗੇ ਵਾਸਤੇ ਹੋਈਆਂ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਅਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਸਾਰੀ ਸੰਗਤ ਨੂੰ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੇ ਪਾਤਸ਼ਾਹ, ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਸਭ ਨੂੰ ਸਮੱਤ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਦੀ ਸਾਂਝ ਪਾਈਏ, ਕਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।